ਪਹਿਲਾਂ ਹਸਪੀਟਲ ਦੇ ਵਿੱਚ ਮੈਂ ਵਰਕ ਕਰਦਾ ਸੀਗਾ ਅਤੇ ਹੌਲੀ ਹੌਲੀ ਉੱਥੋਂ ਦੀ ਨੌਲੇਜ ਗੇਨ ਕਰਕੇ ਅਤੇ ਮੈਂ ਜਦੋਂ ਜਲੰਧਰ ਵਾਪਸ ਆਇਆ ਅਤੇ ਮੈਨੂੰ ਪਤਾ ਲੱਗਾ ਕਿ ਕਾਫੀ ਹੱਦ ਤੱਕ ਇੱਦਾਂ ਦੇ ਪੇਸ਼ੈਂਟਸ ਹੈਗੇ ਜਿਹੜੇ ਹਸਪੀਟਲ ਜਾਣ ਤੋਂ ਡਰ ਰਹੇ ਨੇ। ਅਤੇ ਹੌਲੀ ਹੌਲੀ ਅਸੀਂ ਇੱਕ ਇਨੀਸ਼ੀਏਟਿਵ ਸਟਾਰਟ ਕੀਤਾ ਕਿ ਉਹਨਾਂ ਪੇਸ਼ੈਂਟਾਂ ਨੂੰ ਉੱਥੇ ਘਰ ਜਾ ਕੇ ਕਿਉਂ ਨਾ ਪ੍ਰੋਵਾਈਡ ਕੀਤਾ ਜਾਵੇ। ਅਸੀਂ ਬਿਨਾਂ ਆਪਣੀ ਟੈਨਸ਼ਨ ਲਿੱਤੇ, ਬਿਨਾਂ ਇਹ ਸੋਚੇ ਕਿ ਸਾਡਾ ਕੀ ਹੋਊਗਾ, ਅਤੇ ਅਸੀਂ ਚਲੇ ਜਾਂਦੇ ਹੁੰਦੇ ਸੀਗੇ। ਸਾਨੂੰ ਹਰ ਏਰੀਆ ਤੋਂ ਫੋਨ ਆਉਂਦਾ ਸੀ, ਅੰਮ੍ਰਿਤਸਰ, ਪਠਾਨਕੋਟ, ਕਪੂਰਥਲਾ, ਆਪਣਾ ਚੰਡੀਗੜ੍ਹ, ਲੁਧਿਆਣਾ, ਬਟਾਲਾ, ਹਰ ਏਰੀਆ 'ਚ ਜਿੱਥੋਂ ਵੀ ਜਾ ਸਕਦੇ ਸੀ ਚਲੇ ਜਾਂਦੇ ਹੁੰਦੇ ਸੀਗੇ। ਕਿਵੇਂ ਆਈਡੀਆ ਕਿਵੇਂ ਆਇਆ? ਹਰ ਚਾਹੇ ਉਹ ਡਾਕਟਰੀ ਖਿੱਤਾ ਹੋਵੇ ਚਾਹੇ ਕਿਸੇ ਵੀ ਖਿੱਤੇ ਦੇ ਨਾਲ ਹੈ ਤਾਂ ਸਭ ਤੋਂ ਪਹਿਲਾਂ ਉਹਨੂੰ ਇਹ ਹੁੰਦਾ ਵੀ ਮੈਂ ਆਪਣਾ ਵੀ ਪ੍ਰੋਫਿਟ ਦੇਖਣਾ। ਕਿ ਉਸ ਟਾਈਮ ਦੇ ਉੱਤੇ ਡਾਕਟਰਸ ਦੀ ਸ਼ਾਰਟੇਜ ਸੀਗੀ, ਨਰਸਿਸ ਦੀ ਸ਼ਾਰਟੇਜ ਸੀਗੀ, ਹੈਲਥ ਵਰਕਰਸ ਦੀ ਸ਼ਾਰਟੇਜ ਸੀਗੀ, ਹਰ ਪਾਸੋਂ ਦੀ ਸ਼ਾਰਟੇਜ ਆ ਰਹੀ ਸੀਗੀ। ਮਨੀ ਸਭ ਕੁਝ ਨਹੀਂ ਹੁੰਦਾ, ਪੈਸਾ ਤਾਂ ਆਉਂਦਾ ਆ, ਤੁਸੀਂ ਵਰਕ ਹਾਰਡ ਕਰੋਗੇ ਤੁਹਾਨੂੰ ਉਹਦਾ ਰਿਜ਼ਲਟ ਜ਼ਰੂਰ ਮਿਲੇਗਾ। ਸਾਡੇ ਮਾਈਂਡ 'ਚ ਇਹ ਹੁੰਦਾ ਸੀਗਾ ਕਿ ਆਪਾਂ ਜਿੰਨਾ ਜ਼ਿਆਦਾ ਪੇਸ਼ੈਂਟਸ ਨੂੰ ਇਹਨਾਂ ਚੀਜ਼ ਤੋਂ ਕੱਢ ਸਕਦੇ ਆ ਕੱਢੀਏ। ਦੋ ਤਿੰਨ ਪੇਸ਼ੈਂਟਸ ਤਾਂ ਮੈਨੂੰ ਯਾਦ ਹੀ ਹੈਗੇ ਆ ਕਿ ਉਹਨਾਂ ਨੇ ਮੈਨੂੰ ਫੋਨ ਕੀਤਾ ਕਿ ਡਾਕਟਰ ਸਾਹਿਬ ਸਾਡੇ ਕੋਲ ਪੈਸੇ ਹੈ ਨਹੀਂ ਗੇ, ਅਤੇ ਸਾਡੇ ਕੋਲ ਉਹਨਾਂ ਕੋਲ ਸੋਨੇ ਦੀਆਂ ਰਿੰਗਸ ਸੀਗੀਆਂ ਇੱਕ, ਉਹ ਕਹਿੰਦੇ ਕਿ ਤੁਸੀਂ ਇਹ ਲੈ ਜਾਓ। ਮੈਂ ਕਿਹਾ ਨਹੀਂ, ਲੋੜ ਨਹੀਂ ਹੈ ਇਸ ਚੀਜ਼ ਦੀ। ਇੱਕ MBBS ਡਾਕਟਰ ਹੈ, ਉਹ ਫਿਰ ਵੀ ਫੈਸਿਲਿਟੀਜ਼ ਦੇਖਦਾ ਹੈ ਵੀ ਮੈਂ AC ਵਾਲੇ ਕਮਰੇ 'ਚ ਬਹਿ ਕੇ OPDs ਦੇ ਵਿੱਚ ਬਹਿ ਕੇ ਇਲਾਜ ਕਰਨਾ ਹੈ, ਪਰ ਤੁਸੀਂ ਇੱਕ ਵੱਡਾ ਕਦਮ ਚੁੱਕਿਆ। ਉਹ MBBS ਇੱਕ ਡਿਗਰੀ ਹੈ, ਉਸ ਤੋਂ ਬਾਅਦ ਅਸੀਂ ਕ੍ਰਿਟੀਕਲ ਕੀਤੀ, ਕ੍ਰਿਟੀਕਲ ਦੀ ਵੀ ਇੱਕ ਡਿਗਰੀ ਹੈ। ਬਟ ਜੋ ਸਾਡਾ ਮੇਨ ਪ੍ਰੋਫੈਸ਼ਨ ਹੈਗਾ ਵਾ ਪ੍ਰੋਵਾਈਡਿੰਗ ਹੈਲਥ ਕੇਅਰ, ਔਰ ਹੈਲਥ ਕੇਅਰ ਦਾ ਮਤਲਬ ਇਹ ਨਹੀਂ ਹੈ ਕਿ ਹੈਲਥ ਕੇਅਰ ਅਸੀਂ ਸਿਰਫ ਕੁਝ ਲੋਕਾਂ ਨੂੰ ਦੇਣੀ ਹੈ ਜਿਹੜੇ ਹਸਪੀਟਲ ਆਉਂਦੇ ਜਾਂ OPD 'ਚ ਆਉਂਦੇ ਆ। ਹੈਲਥ ਕੇਅਰ ਦਾ ਮਤਲਬ ਆ ਜਿਹਨੂੰ ਲੋੜ ਆ ਉਹਨੂੰ ਦੇਣੀ ਹੈ। ਕਈ ਵਾਰੀ ਮੈਂ ਸਵੇਰੇ 6 ਵਜੇ ਨਿਕਲ ਜਾਂਦਾ ਹੁੰਦਾ ਸੀਗਾ ਅਤੇ ਰਾਤ ਨੂੰ 3-3 4 ਵਜੇ ਆਉਣਾ। ਕਈ ਵਾਰੀ ਦੁਪਹਿਰ ਦਾ ਲੰਚ ਮਿਸ ਹੋ ਜਾਣਾ, ਕਈ ਵਾਰੀ ਡਿਨਰ ਮਿਸ ਹੋ ਜਾਣਾ, ਲੇਟ ਹੋ ਜਾਣਾ। ਮੇਰੇ ਮਦਰ ਨੂੰ ਸਪੈਸ਼ਲੀ ਇਸ ਚੀਜ਼ ਦਾ ਸਟ੍ਰੈਸ ਹੁੰਦਾ ਸੀਗਾ ਕਿ ਇਹ ਖਾਣਾ ਨਹੀਂ ਖਾ ਰਿਹਾ ਟਾਈਮ 'ਤੇ, ਇਹ ਰਾਤ ਨੂੰ ਇੰਨੀ ਲੇਟ ਆਉਂਦਾ ਆ, ਇਹਦੀ ਰੈਸਟ ਨਹੀਂ ਹੋ ਰਹੀ, ਇਹਨੂੰ ਨਾ ਕੁਛ ਹੋ ਜਾਏ। ਮੈਂ ਜੋ ਨੋਟਿਸ ਕੀਤਾ ਹੈ ਕਿ ਜਿੰਨੇ ਵੀ ਪੇਸ਼ੈਂਟ ਘਰਾਂ ਦੇ ਵਿੱਚ ਟਰੀਟ ਹੋਏ ਨੇ ਉਹ ਰਿਕਵਰ ਕੀਤੇ ਆ ਅਤੇ ਮੋਰਲ ਸਪੋਰਟ ਦੇ ਨਾਲ ਜ਼ਿਆਦਾ। ਸਤਿ ਸ਼੍ਰੀ ਅਕਾਲ, ਹਮਦਰਦ TV ਦੇਖ ਰਹੇ ਦਰਸ਼ਕਾਂ ਦਾ ਸਵਾਗਤ ਹੈ। ਮੈਂ ਹਾਂ ਸੁਖਵਿੰਦਰ ਸਿੰਘ। ਕਰੋਨਾ ਕਾਲ ਦੌਰਾਨ ਜਦੋਂ ਲੋਕਾਂ ਦੇ ਉੱਤੇ ਆਫਤ ਆਈ ਤਾਂ ਸਿੱਖ ਭਾਈਚਾਰੇ ਨੇ ਅੱਗੇ ਵੱਧ ਕੇ ਆਫਤ 'ਚ ਫਸੇ ਲੋਕਾਂ ਨੂੰ ਬਾਹਰ ਕੱਢਣ ਦੇ ਲਈ ਯਤਨ ਕੀਤੇ, ਲੰਗਰ ਲਗਾਏ, ਘਰਾਂ ਤੱਕ ਦਵਾਈਆਂ ਪਹੁੰਚਾਈਆਂ। ਔਰ ਇਹਨਾਂ ਦੇ ਵਿੱਚੋਂ ਹੀ ਇੱਕ ਜਲੰਧਰ ਦੇ ਸਿੱਖ ਡਾਕਟਰ ਨੇ ਵੀ ਇੱਕ ਅਹਿਮ ਰੋਲ ਅਦਾ ਕੀਤਾ, ਜਿਸ ਨੇ ਆਪਣੀ ਜਾਨ ਦੀ ਪਰਵਾਹ ਨਾ ਕੀਤੇ ਬਿਨਾਂ 4000 ਕਰੋਨਾ ਪੇਰੈਂਟਸ ਦਾ ਘਰ ਘਰ ਜਾ ਕੇ ਇਲਾਜ ਕੀਤਾ। ਬਹੁਤਿਆਂ ਕੋਲੋਂ 1 ਰੁਪਈਆ ਵੀ ਨਹੀਂ ਲਿਆ। ਸਾਡੇ ਨਾਲ MBBS ਡਾਕਟਰ ਗੁਰਪ੍ਰੀਤ ਸਿੰਘ ਜੀ ਮੌਜੂਦ ਨੇ, ਗੱਲਬਾਤ ਕਰਦੇ ਹਾਂ। ਡਾਕਟਰ ਸਾਹਿਬ, ਸਵਾਗਤ ਹੈ ਤੁਹਾਡਾ ਹਮਦਰਦ TV। ਸਾਰਿਆਂ ਨੂੰ ਸਤਿ ਸ਼੍ਰੀ ਅਕਾਲ। ਤੁਹਾਨੂੰ ਸਤਿ ਸ਼੍ਰੀ ਅਕਾਲ ਸਰ। ਜਿਵੇਂ ਮੈਂ ਕਿਹਾ ਕਿ ਜਦੋਂ ਲੋਕਾਂ ਦੇ ਉੱਤੇ ਆਫਤ ਸੀਗੀ, ਮੁਸੀਬਤ ਦੀ ਘੜੀ ਸੀਗੀ, ਤਾਂ ਸਿੱਖ ਭਾਈਚਾਰੇ ਦੇ ਵੱਲੋਂ ਲੰਗਰਾਂ ਦੀ ਸੇਵਾ ਕੀਤੀ ਗਈ, ਦਵਾਈਆਂ ਦੀ ਸੇਵਾ ਕੀਤੀ ਗਈ, ਕੱਪੜਿਆਂ ਤੱਕ ਦੀ ਸੇਵਾ ਕੀਤੀ ਗਈ। ਤੁਸੀਂ ਬਤੌਰ ਡਾਕਟਰ ਹੁੰਦੇ ਇੱਕ ਸਿੱਖ ਉਸ ਚੀਜ਼ ਨੂੰ ਵੀ ਰਿਪਰੈਜ਼ੈਂਟ ਕਰਦੇ ਹੋ, ਆਪਣੇ ਪੇਸ਼ੇ ਦੇ ਨਾਲ ਨਾਲ ਸੇਵਾ ਭਾਵਨਾ ਦੇ ਨਾਲ ਲੋਕਾਂ ਦੀ ਸੇਵਾ ਕੀਤੀ। ਮੈਂ ਜਾਣਨਾ ਚਾਹੂੰਗਾ ਕਿਸ ਤਰੀਕੇ ਦਾ ਉਹ ਦੌਰ ਸੀਗਾ, ਕਿਸ ਤਰੀਕੇ ਦੇ ਨਾਲ ਲੋਕਾਂ ਦਾ ਇਲਾਜ ਕੀਤਾ? ਜਦੋਂ ਪਹਿਲੀ ਵੇਵ ਆਪਣੀ ਕਰੋਨਾ ਦੀ ਸ਼ੁਰੂ ਹੋਈ ਸੀਗੀ, ਪੈਂਡੈਮਿਕ ਸਟਾਰਟ ਹੋਇਆ ਸੀਗਾ 1 ਸਾਲ ਪਹਿਲਾਂ, ਅਤੇ ਅਸੀਂ ਉਸੇ ਦੌਰਾਨ ਵਰਕ ਕਰਨਾ ਸ਼ੁਰੂ ਕਰ ਦਿੱਤਾ ਸੀਗਾ, ਕਿਉਂਕਿ ਨੌਲੇਜ ਉਸ ਟਾਈਮ ਦੇ ਉੱਤੇ ਵੀ ਸਾਰਿਆਂ ਨੂੰ ਘੱਟ ਹੀ ਸੀਗੀ ਇਸ ਡਿਜ਼ੀਜ਼ ਬਾਰੇ। ਬਟ ਸਾਡੇ ਜਿਹੜੇ ਸੀਨੀਅਰ ਡਾਕਟਰਸ ਸੀਗੇ ਸਾਨੂੰ ਗਾਈਡ ਕਰਦੇ ਸੀਗੇ ਬਹੁਤ ਅੱਛੇ ਤਰੀਕੇ ਨਾਲ, ਸਾਨੂੰ ਨੌਲੇਜ ਉੱਥੋਂ ਦੀ ਮਿਲਦੀ ਸੀਗੀ। ਅਤੇ ਅਸੀਂ ਪਹਿਲਾਂ ਹਸਪੀਟਲ ਦੇ ਵਿੱਚ ਮੈਂ ਵਰਕ ਕਰਦਾ ਸੀਗਾ, ਅਤੇ ਹੌਲੀ ਹੌਲੀ ਉੱਥੋਂ ਦੀ ਨੌਲੇਜ ਗੇਨ ਕਰਕੇ ਅਤੇ ਮੈਂ ਜਦੋਂ ਜਲੰਧਰ ਵਾਪਸ ਆਇਆ ਅਤੇ ਮੈਨੂੰ ਪਤਾ ਲੱਗਾ ਕਿ ਕਾਫੀ ਹੱਦ ਤੱਕ ਇੱਦਾਂ ਦੇ ਪੇਸ਼ੈਂਟਸ ਹੈਗੇ ਜਿਹੜੇ ਹਸਪੀਟਲ ਜਾਣ ਤੋਂ ਡਰ ਰਹੇ ਨੇ। ਅਤੇ ਹੌਲੀ ਹੌਲੀ ਅਸੀਂ ਇੱਕ ਇਨੀਸ਼ੀਏਟਿਵ ਸਟਾਰਟ ਕੀਤਾ ਕਿ ਉਹਨਾਂ ਪੇਸ਼ੈਂਟਾਂ ਨੂੰ ਉੱਥੇ ਘਰ ਜਾ ਕੇ ਕਿਉਂ ਨਾ ਪ੍ਰੋਵਾਈਡ ਕੀਤਾ ਜਾਵੇ। ਉਹਨਾਂ ਦਾ ਉੱਥੇ ਉਹਨਾਂ ਨੂੰ ਚੈੱਕਅਪ ਕਰਕੇ ਅਗਰ ਉਹਨਾਂ ਨੂੰ ਨੀਡ ਹੈਗੀ ਆ ਹਸਪੀਟਲ ਦੀ, ਅਤੇ ਉਹਨਾਂ ਨੂੰ ਗਾਈਡ ਕੀਤਾ ਜਾਵੇ ਕਿ ਤੁਸੀਂ ਆਪਣਾ ਅੱਗੇ ਫਰਦਰ ਇੱਦਾਂ ਫੋਲੋ ਕੀਤਾ ਜਾਵੇ। ਅਤੇ ਪਹਿਲਾਂ ਤਾਂ ਇਨੀਸ਼ੀਏਟਿਵ ਫੈਮਿਲੀ ਮੈਂਬਰਸ ਅਤੇ ਨੋਨ ਟੂ ਪੇਸ਼ੈਂਟਸ ਦੇ ਵਿੱਚ ਸੀਗਾ, ਬਟ ਹੌਲੀ ਹੌਲੀ ਇਹ ਇਨੀਸ਼ੀਏਟਿਵ ਆਲ ਅਰਾਊਂਡ ਪੰਜਾਬ ਫੈਲ ਗਿਆ ਸੀ। ਫਿਰ ਅਸੀਂ ਬਿਨਾਂ ਆਪਣੀ ਟੈਨਸ਼ਨ ਲਿੱਤੇ, ਬਿਨਾਂ ਇਹ ਸੋਚੇ ਕਿ ਸਾਡਾ ਕੀ ਹੋਊਗਾ, ਅਤੇ ਅਸੀਂ ਚਲੇ ਜਾਂਦੇ ਹੁੰਦੇ ਸੀਗੇ। ਸਾਨੂੰ ਹਰ ਏਰੀਆ ਤੋਂ ਫੋਨ ਆਉਂਦਾ ਸੀ, ਅੰਮ੍ਰਿਤਸਰ, ਪਠਾਨਕੋਟ, ਕਪੂਰਥਲਾ,
ਆਪਣਾ ਚੰਡੀਗੜ੍ਹ, ਲੁਧਿਆਣਾ, ਬਟਾਲਾ, ਹਰ ਏਰੀਆ 'ਚ ਜਿੱਥੋਂ ਵੀ ਜਾ ਸਕਦੇ ਸੀ ਚਲੇ ਜਾਂਦੇ ਹੁੰਦੇ ਸੀਗੇ। ਕਈ ਵਾਰੀ ਇੱਕ ਦਿਨ ਦੇ ਵਿੱਚ 40 ਪੇਸ਼ੈਂਟ ਵੀ ਦੇਖਣੇ ਪੈ ਜਾਂਦੇ ਸੀ। ਫਿਰ ਉਸ ਦੇ ਦੌਰਾਨ ਅਸੀਂ ਇੱਕ ਪੈਟਰਨ ਬਣਾ ਲੈਂਦੇ ਸੀਗੇ ਅਤੇ ਫਸਟ ਕਮ ਫਸਟ ਬੇਸਿਸ ਦੇ ਉੱਤੇ ਇੱਕ ਰੋਅ ਦੇ ਵਿੱਚ ਜਾਂਦੇ ਰਹਿੰਦੇ ਸੀ, ਸਾਰੇ ਪੇਸ਼ੈਂਟਸ ਨੂੰ ਦੇਖ ਕੇ ਵਾਪਸ ਆ ਜਾਂਦੇ ਹੁੰਦੇ ਸੀ। ਲਗਭਗ ਕਿੰਨੇ ਕੁ ਪੇਸ਼ੈਂਟਸ ਦਾ ਇਲਾਜ ਕੀਤਾ ਹੋ, ਕਿੰਨੇ ਕੁ ਲੋਕਾਂ ਨੂੰ ਆਰਾਮ ਵੀ ਮਿਲਿਆ? ਸਰ ਅਰਾਊਂਡ 4,000 ਪੇਸ਼ੈਂਟਸ ਅਸੀਂ ਘਰਾਂ ਦੇ ਵਿੱਚ ਹੀ ਠੀਕ ਕੀਤੇ ਨੇ, ਔਰ ਉਹਨਾਂ 'ਚੋਂ ਕੁਛ ਆਪਾਂ ਔਨਲਾਈਨ ਕੰਸਲਟੇਸ਼ਨਸ ਦੇ ਨਾਲ ਵੀ ਠੀਕ ਕੀਤੇ, ਜਿੱਥੇ ਆਪਾਂ ਪਹੁੰਚ ਨਹੀਂ ਸਕਦੇ ਹੈਗੇ ਪਰ ਪੇਸ਼ੈਂਟ ਨੂੰ ਇੱਕ ਪ੍ਰੋਪਰ ਗਾਈਡੈਂਸ ਦੇਣੀ ਉਸ ਜਗ੍ਹਾ 'ਤੇ, ਉਹ ਵੀ ਆਪਾਂ ਕੋਸ਼ਿਸ਼ ਕੀਤੀ ਸੀ। ਕਈ ਪੇਸ਼ੈਂਟ ਮੇਰੇ ਬੈਂਗਲੌਰ, ਕਰਨਾਟਕਾ, ਚੇਨਈ ਅਤੇ ਦਿੱਲੀ ਦੇ ਵੀ ਸੀ। ਇਹ ਡਾਕਟਰ ਸਾਹਿਬ ਕਿਵੇਂ ਆਇਆ ਹਰ ਚਾਹੇ ਉਹ ਡਾਕਟਰੀ ਖਿੱਤਾ ਹੋਵੇ ਚਾਹੇ ਕਿਸੇ ਵੀ ਖਿੱਤੇ ਦੇ ਨਾਲ ਹੈ ਤਾਂ ਸਭ ਤੋਂ ਪਹਿਲਾਂ ਉਹਨੂੰ ਇਹ ਹੁੰਦਾ ਵੀ ਮੈਂ ਆਪਣਾ ਵੀ ਪ੍ਰੋਫਿਟ ਦੇਖਣਾ, ਮੇਰੀ ਆਪਣਾ ਰੁਜ਼ਗਾਰ ਵੀ ਚੱਲਣਾ ਚਾਹੀਦਾ, ਚਾਹੇ ਉਹ ਡਾਕਟਰੀ ਪੇਸ਼ਾ ਹੀ ਹੈ, ਚਾਹੇ ਉਹ ਇੱਕ ਰਿਪੋਰਟਰ ਹੀ ਕਿਉਂ ਨਾ ਹੋਵੇ। ਤਾਂ ਤੁਹਾਡੇ ਮਾਈਂਡ 'ਚ ਕਿਵੇਂ ਆਈਡੀਆ ਆਇਆ ਸੇਵਾ ਦਾ? ਬੇਸਿਕਲੀ ਇਸ ਦੌਰਾਨ ਇੱਕ ਫੀਅਰ ਸਾਨੂੰ ਵੀ ਹੁੰਦਾ ਸੀਗਾ ਕਿ ਬਾਈ ਚਾਂਸ ਕੱਲ੍ਹ ਨੂੰ ਸਾਡੇ ਪੇਰੈਂਟਸ ਜਾਂ ਸਾਡੀ ਫੈਮਿਲੀ ਦਾ ਕੋਈ ਮੈਂਬਰ ਇਸ ਚੀਜ਼ ਵਿੱਚ ਪੋਜੀਸ਼ਨ 'ਚ ਪਹੁੰਚ ਜਾਂਦਾ ਆ ਅਤੇ ਉਹਨਾਂ ਨੂੰ ਅਗਰ ਇਹ ਚੀਜ਼ ਨੀਡਫੁਲ ਨਹੀਂ ਮਿਲ ਪਾਉਂਦੀ, ਕਿਉਂਕਿ ਉਸ ਟਾਈਮ ਦੇ ਉੱਤੇ ਡਾਕਟਰਸ ਦੀ ਸ਼ਾਰਟੇਜ ਸੀਗੀ, ਨਰਸਿਸ ਦੀ ਸ਼ਾਰਟੇਜ ਸੀਗੀ, ਹੈਲਥ ਵਰਕਰਸ ਦੀ ਸ਼ਾਰਟੇਜ ਸੀਗੀ, ਹਰ ਪਾਸੋਂ ਦੀ ਸ਼ਾਰਟੇਜ ਆ ਰਹੀ ਸੀਗੀ। ਤਾਂ ਅਸੀਂ ਆਪਣੇ ਬਿਹਾਫ 'ਤੇ ਜਿੰਨਾ ਕੁ ਪ੍ਰੋਵਾਈਡ ਕਰ ਸਕਦੇ ਸੀ ਕੋਸ਼ਿਸ਼ ਇਹੀ ਕਰ ਰਹੇ ਸੀਗੇ। ਮੇਨ ਇੱਕ ਮੋਟਿਵ ਇਹ ਵੀ ਸੀਗਾ ਕਿ ਦੇਖੋ ਮਨੀ ਸਭ ਕੁਝ ਨਹੀਂ ਹੁੰਦਾ, ਪੈਸਾ ਤਾਂ ਆਉਂਦਾ ਆ, ਤੁਸੀਂ ਵਰਕ ਹਾਰਡ ਕਰੋਗੇ ਤੁਹਾਨੂੰ ਉਹਦਾ ਰਿਜ਼ਲਟ ਜ਼ਰੂਰ ਮਿਲੇਗਾ। ਸਾਡੇ ਮਾਈਂਡ 'ਚ ਇਹ ਹੁੰਦਾ ਸੀਗਾ ਕਿ ਆਪਾਂ ਜਿੰਨਾ ਜ਼ਿਆਦਾ ਪੇਸ਼ੈਂਟਸ ਨੂੰ ਇਹਨਾਂ ਚੀਜ਼ ਤੋਂ ਕੱਢ ਸਕਦੇ ਆ ਕੱਢੀਏ। ਕਦੀ ਸੋਚਿਆ ਹੀ ਨਹੀਂ ਸੀਗਾ ਪੈਸੇ ਵੱਲੋਂ, ਪਰ ਵਾਹਿਗੁਰੂ ਦੀ ਮਿਹਰ ਦੇ ਨਾਲ ਕਹਿ ਲਓ ਕਿ ਸਾਨੂੰ ਕੋਈ ਦਿੱਕਤ ਨਹੀਂ ਆਈ ਅੱਜ ਤੱਕ। ਇਸ ਦੇ ਦੌਰਾਨ ਸਾਨੂੰ ਕੋਈ ਐਕਸਪੈਂਸ ਦੀ ਇਸ਼ੂ ਨਹੀਂ ਸੀਗਾ, ਸਾਰਾ ਕੁਝ ਸਮੂਥਲੀ ਸਾਰਾ ਪ੍ਰੋਸੈਸ ਹੋ ਰਿਹਾ ਸੀਗਾ ਜੀ। ਇਹ ਫਿਰ ਸਾਰਾ ਕੋਲੋਂ ਖਰਚਾ ਕਰਕੇ ਵੀ ਇਲਾਜ ਕੀਤਾ? ਹਾਂਜੀ, ਕਈ ਪੇਸ਼ੈਂਟਸ ਹੁੰਦੇ ਸੀਗੇ ਸਾਡੇ 2-3 ਪੇਸ਼ੈਂਟਸ ਤਾਂ ਮੈਨੂੰ ਯਾਦ ਹੀ ਹੈਗੇ ਆ ਕਿ ਉਹਨਾਂ ਨੇ ਮੈਨੂੰ ਫੋਨ ਕੀਤਾ ਕਿ ਡਾਕਟਰ ਸਾਹਿਬ ਸਾਡੇ ਕੋਲ ਪੈਸੇ ਹੈ ਨਹੀਂ ਗੇ ਅਤੇ ਸਾਡੇ ਕੋਲ ਉਹਨਾਂ ਕੋਲ ਸੋਨੇ ਦੀਆਂ ਰਿੰਗਸ ਸੀਗੀਆਂ ਇੱਕ, ਉਹ ਕਹਿੰਦੇ ਕਿ ਤੁਸੀਂ ਇਹ ਲੈ ਜਾਓ। ਮੈਂ ਕਿਹਾ ਨਹੀਂ, ਲੋੜ ਨਹੀਂ ਹੈ ਇਸ ਚੀਜ਼ ਦੀ। ਮੈਂ ਕਿਹਾ ਤੁਸੀਂ ਪੈਸੇ ਦੀ ਫਿਕਰ ਨਾ ਕਰੋ, ਆਪਾਂ ਤੁਹਾਡਾ ਇਲਾਜ ਕਰਦੇ ਹਾਂ ਅਤੇ ਕੋਈ ਗੱਲ ਨਹੀਂ, ਵਾਹਿਗੁਰੂ ਕੀ ਪਤਾ ਕੱਲ੍ਹ ਨੂੰ ਮੈਨੂੰ ਤੁਹਾਡੀ ਲੋੜ ਪੈ ਜਾਵੇ, ਮੈਂ ਤੁਹਾਡੇ ਕੋਲ ਆ ਜਾਵਾਂ। ਸੋ ਅਸੀਂ ਇਹੀ ਮੋਟਿਵ ਦੇ ਨਾਲ ਚੱਲਦੇ ਰਹੇ ਸਟੈਪ ਬਾਏ ਸਟੈਪ। ਕਈ ਪੇਸ਼ੈਂਟ ਸਾਡੇ ਬਹੁਤ ਅੱਛੇ ਸੀਗੇ, ਲਜ਼ੀਜ਼ ਪੇਸ਼ੈਂਟ ਸੀਗੇ, ਉਹ ਸਾਨੂੰ ਹੱਦ ਤੋਂ ਵੱਧ ਕੰਸਲਟੇਸ਼ਨ ਦੇ ਦਿੰਦੇ ਸੀਗੇ। ਸੋ ਇੱਕ ਟਾਈਪ ਦੇ ਨਾਲ ਉਹ ਪੈਸਾ ਜਿਹੜਾ ਆਉਂਦਾ ਸੀ ਆਪਾਂ ਦੂਸਰੇ ਪਾਸੇ ਯੂਜ਼ ਕਰ ਲੈਂਦੇ ਸੀਗੇ। ਉਹ ਇੱਕ ਬੈਲੈਂਸ ਰਿਹਾ ਸਾਡਾ, ਹਰ ਟਾਈਮ ਬੈਲੈਂਸ ਰਿਹਾ। ਅਤੇ ਨਾਲੇ ਇੱਕ ਤਾਂ ਜਿਹੜੀ ਅੰਦਰੋਂ ਦੀ ਖੁਸ਼ੀ ਆਉਂਦੀ ਸੀ, ਇੱਕ ਜਿਹੜੀ ਦੁਆ ਲੋਕੀ ਦਿੰਦੇ ਸੀਗੇ, ਉਸ ਤੋਂ ਬਾਅਦ ਇਹ ਕੁਝ ਨਹੀਂ ਸੀਗਾ। ਇੱਕ MBBS ਡਾਕਟਰ ਹੈ, ਉਹ ਫਿਰ ਵੀ ਫੈਸਿਲਿਟੀਜ਼ ਦੇਖਦਾ ਹੈ ਵੀ ਮੈਂ AC ਵਾਲੇ ਕਮਰੇ 'ਚ ਬਹਿ ਕੇ OPDs ਦੇ ਵਿੱਚ ਬਹਿ ਕੇ ਇਲਾਜ ਕਰਨਾ ਹੈ। ਪਰ ਤੁਸੀਂ ਇੱਕ ਵੱਡਾ ਕਦਮ ਚੁੱਕਿਆ, ਉਦੋਂ ਮਨ ਦੇ ਵਿੱਚ ਕਦੀ ਐਂ ਤਾਂ ਨਹੀਂ ਆਇਆ ਵੀ ਮੈਂ MBBS ਡਾਕਟਰ ਹਾਂ, ਮੈਂ ਗੱਡੀ ਦੇ ਉੱਤੇ ਜਾਂ ਬਾਈਕ ਦੇ ਉੱਤੇ ਲੋਕਾਂ ਦੇ ਘਰਾਂ ਦੇ ਵਿੱਚ ਜਾ ਕੇ ਮੁਫਤ ਇਲਾਜ ਕਰ ਰਿਹਾ? ਜੇ ਮੇਰੇ ਮਾਈਂਡ ਵਿੱਚ ਇਹ ਆ ਜਾਂਦਾ ਤਾਂ ਸ਼ਾਇਦ ਮੈਂ ਅੱਜ ਇੱਥੇ ਨਾ ਬੈਠਾ ਹੁੰਦਾ। ਬੇਸਿਕਲੀ MBBS ਇੱਕ ਡਿਗਰੀ ਹੈ, ਉਸ ਤੋਂ ਬਾਅਦ ਅਸੀਂ ਕ੍ਰਿਟੀਕਲ ਕੀਤੀ, ਕ੍ਰਿਟੀਕਲ ਦੀ ਵੀ ਇੱਕ ਡਿਗਰੀ ਹੈ। ਬਟ ਜੋ ਸਾਡਾ ਮੇਨ ਪ੍ਰੋਫੈਸ਼ਨ ਹੈਗਾ ਵਾ ਪ੍ਰੋਵਾਈਡਿੰਗ ਹੈਲਥ ਕੇਅਰ, ਔਰ ਹੈਲਥ ਕੇਅਰ ਦਾ ਮਤਲਬ ਇਹ ਨਹੀਂ ਹੈ ਕਿ ਹੈਲਥ ਕੇਅਰ ਅਸੀਂ ਸਿਰਫ ਕੁਝ ਲੋਕਾਂ ਨੂੰ ਦੇਣੀ ਹੈ ਜਿਹੜੇ ਹਸਪੀਟਲ ਆਉਂਦੇ ਜਾਂ OPD 'ਚ ਆਉਂਦੇ ਆ। ਹੈਲਥ ਕੇਅਰ ਦਾ ਮਤਲਬ ਆ ਜਿਹਨੂੰ ਲੋੜ ਆ ਉਹਨੂੰ ਦੇਣੀ ਹੈ। ਸਾਡੀ ਤੇ ਜਿਹੜੀ ਓਥ ਹੈਗੀ ਉਹ ਵੀ ਕਹਿੰਦੀ ਹੈ ਕਿ ਨੀਡਫੁਲ ਜਿਸ ਪਰਸਨ ਨੂੰ ਲੋੜ ਆ ਉਸ ਟਾਈਮ ਤੁਹਾਨੂੰ ਪ੍ਰੋਵਾਈਡ ਕਰੋ। ਅਤੇ ਅਸੀਂ ਇਸ ਚੀਜ਼ ਨੂੰ ਬਸ ਆਪਣੇ ਮਾਈਂਡ ਦੇ ਵਿੱਚ ਸੈੱਟ ਕੀਤਾ ਹੋਇਆ ਸੀਗਾ ਕਿ ਬਈ ਨਹੀਂ, ਜੋ ਮਰਜ਼ੀ ਹੋ ਜਾਏ, ਇਹ ਨਹੀਂ ਦੇਖਣਾ ਕਿ ਦਿਨ ਆ ਕਿ ਰਾਤ ਕਿ ਦੁਪਹਿਰ ਆ, ਕੀ ਦਿੱਕਤ ਆ, ਜਾਣਾ ਜ਼ਰੂਰ ਆ। ਕਈ ਵਾਰੀ ਮੈਂ ਸਵੇਰੇ 6 ਵਜੇ ਨਿਕਲ ਜਾਂਦਾ ਹੁੰਦਾ ਸੀਗਾ ਅਤੇ ਰਾਤ ਨੂੰ 3-4 ਵਜੇ ਆਉਣਾ। ਕਈ ਵਾਰੀ ਦੁਪਹਿਰ ਦਾ ਲੰਚ ਮਿਸ ਹੋ ਜਾਣਾ, ਕਈ ਵਾਰੀ ਡਿਨਰ ਮਿਸ ਹੋ ਜਾਣਾ, ਲੇਟ ਹੋ ਜਾਣਾ। ਅਤੇ ਪੇਰੈਂਟਸ ਨੂੰ ਕਾਫੀ ਇਸ ਚੀਜ਼ ਦਾ ਟੈਨਸ਼ਨ ਹੁੰਦੀ ਸੀਗੀ ਕਿ ਬੱਚਾ ਸਵੇਰ ਦਾ ਗਿਆ, ਆਇਆ ਨਹੀਂ ਹੈ। ਉਹ ਵੀ ਮੇਰਾ ਸਵਾਲ ਸੀਗਾ ਵੀ ਪੇਰੈਂਟਸ ਰੋਕਦੇ ਨਹੀਂ ਸੀਗੇ ਵੀ ਕਾਕਾ ਚਲੋ ਤੁਸੀਂ MBBS ਡਾਕਟਰ ਹੋ, ਪ੍ਰੋਫੈਸ਼ਨਲੀ ਇੱਦਾਂ ਹੋ, ਪਰ ਮਾਂ ਪਿਓ ਦੇ ਲਈ ਤਾਂ ਬੱਚਾ ਹੀ ਹੁੰਦਾ ਹੈ ਹਮੇਸ਼ਾ, ਚਾਹੇ ਜਿੰਨੀ ਮਰਜ਼ੀ ਉਮਰ ਵੀ ਵੱਡੀ ਹੋ ਜਾਏ। ਤਾਂ ਰੋਕਦੇ ਨਹੀਂ ਸੀਗੇ ਵੀ ਡਾਕਟਰ ਸਾਹਿਬ ਬਹਿ ਜਾਓ ਘਰੇ? ਐਕਚੁਅਲੀ ਸ਼ੁਰੂਆਤ ਦੇ ਵਿੱਚ ਜਦੋਂ ਮੈਂ ਇਸ ਚੀਜ਼ ਦੇ ਵਿੱਚ ਗਿਆ, ਮੇਰੇ ਪੇਰੈਂਟਸ ਕਾਫੀ ਸਕੇਅਰਡ ਸੀ, ਮੈਨੂੰ ਪਹਿਲਾਂ ਰੋਕਦੇ ਸੀ ਕਿ ਨਹੀਂ ਕਰਨਾ। ਬਹੁਤ ਉਹਨਾਂ ਨੇ ਮਨਾ ਕੀਤਾ ਕਿ ਨਹੀਂ ਤੁਸੀਂ ਨਹੀਂ ਕਰਨਾ ਹੈਗਾ, ਪਰ ਮੈਂ ਉਹਨਾਂ ਨੂੰ ਫਿਰ ਥੋੜ੍ਹਾ ਜਿਹਾ ਸਮਝਾਇਆ। ਫਿਰ ਮੇਰੇ ਫਾਦਰ ਸਾਹਿਬ ਅਤੇ ਮੇਰੇ ਮਦਰ ਸਾਹਿਬ ਨੇ ਬਹੁਤ ਸਪੋਰਟ ਕੀਤੀ ਕਿ ਨਹੀਂ ਚਲੋ ਕੋਈ ਗੱਲ ਨਹੀਂ, ਅੱਜ ਲੋਕਾਂ ਨੂੰ ਲੋੜ ਹੈਗੀ ਹੈ ਅਤੇ ਤੁਸੀਂ ਆਪਣੀ ਜਿਹੜੀ ਇਨਫੋਰਮੇਸ਼ਨ ਆ ਜਿਹੜੀ ਮੈਨੂੰ ਇੱਕ ਦੇਣ ਹੈਗਾ ਆ MBBS ਦਾ ਅਤੇ ਇੱਕ ਡਾਕਟਰੀ ਦਾ, ਇਹਨੂੰ ਸ਼ੇਅਰ ਕਰਨਾ ਜ਼ਰੂਰੀ ਹੈ।
ਤੇ ਫਿਰ ਆਪਾਂ ਹੌਲੀ ਹੌਲੀ ਜਦੋਂ ਪ੍ਰੋਸੈਸ ਚੱਲਣਾ ਸ਼ੁਰੂ ਹੋ ਗਿਆ ਤੇ ਫਿਰ ਹੌਲੀ ਹੌਲੀ ਸਭ ਕੁਝ ਸਮੂਥਲੀ ਚੱਲ ਰਿਹਾ ਸੀਗਾ। ਬਟ ਪੇਰੈਂਟਸ ਨੂੰ ਕਈ ਵਾਰੀ, ਮੇਰੇ ਮਦਰ ਨੂੰ ਸਪੈਸ਼ਲੀ ਇਸ ਚੀਜ਼ ਦਾ ਸਟ੍ਰੈਸ ਹੁੰਦਾ ਸੀਗਾ ਕਿ ਇਹ ਖਾਣਾ ਨਹੀਂ ਖਾ ਰਿਹਾ ਟਾਈਮ 'ਤੇ, ਇਹ ਰਾਤ ਨੂੰ ਇੰਨੀ ਲੇਟ ਆਉਂਦਾ ਆ, ਇਹਦੀ ਰੈਸਟ ਨਹੀਂ ਹੋ ਰਹੀ, ਇਹਨੂੰ ਨਾ ਕੁਝ ਹੋ ਜਾਏ। ਕਈ ਵਾਰੀ ਤਾਂ ਮੈਨੂੰ ਬੋਲ ਹੀ ਦਿੰਦੇ ਹੁੰਦੇ ਸੀਗੇ ਸਭ ਕੁਝ ਛੱਡ ਦੇ। ਬਟ ਫਿਰ ਅਗਲੇ ਦਿਨ ਫਿਰ ਉੱਥੋਂ ਦੀ ਦਿਨ ਸ਼ੁਰੂ ਹੋ ਜਾਂਦਾ ਸੀਗਾ, ਫਿਰ ਆਪਾਂ ਅੱਗੇ ਨਿਕਲ ਜਾਂਦੇ ਸੀਗੇ ਅਤੇ ਪਿੱਛੇ ਪਿੱਛੇ ਰਹਿ ਜਾਂਦਾ ਸੀਗਾ। ਇੱਦਾਂ ਹੀ ਹੁੰਦਾ ਸੀਗਾ ਜੀ। ਜਿਹੜਾ ਉਹ ਟਾਈਮ ਸੀਗਾ, ਉਹ ਟਾਈਮ ਦੇ ਆਪਾਂ ਇੱਦਾਂ ਦੀਆਂ ਤਸਵੀਰਾਂ ਵੀ ਦੇਖੀਆਂ, ਜੇ ਕੋਈ ਕਰੋਨਾ ਪੇਸ਼ੈਂਟ ਜਿਹੜਾ ਪੋਜ਼ੀਟਿਵ ਆ ਜਾਂਦਾ ਸੀਗਾ, ਜਦੋਂ ਕੋਈ ਇਨਸਾਨ ਉਹਦੇ ਲਾਗੇ ਉਹਦੇ ਸਗੇ ਜਿਹੜੇ ਰਿਸ਼ਤੇ ਸਗੇ ਸੰਬੰਧੀ ਨੇ ਉਹ ਵੀ ਨਹੀਂ ਸੀ ਨੇੜੇ ਜਾਂਦੇ, ਪਰ ਤੁਸੀਂ ਉਸ ਟਾਈਮ ਦੇ ਵਿੱਚ ਗਏ, ਮਨ ਦੇ ਵਿੱਚ ਡਰ ਨਹੀਂ ਆਉਂਦਾ ਸੀ? ਸਰ ਜਿੱਦਾਂ ਮੈਂ ਤੁਹਾਨੂੰ ਕਿਹਾ ਕਿ ਸ਼ੁਰੂਆਤ ਵਿੱਚ ਡਰ ਲੱਗਾ ਸੀਗਾ ਕਿ ਕੀ ਹੋਊਗਾ, ਬਟ ਮਨ ਦੇ ਵਿੱਚ ਹਮੇਸ਼ਾ ਇੱਕ ਹੋਰ ਚੀਜ਼ ਹੁੰਦੀ ਸੀਗੀ ਕਿ ਕੱਲ੍ਹ ਨੂੰ ਜਿਹੜੇ ਸਾਡੇ ਘਰਦਿਆਂ ਨੂੰ ਲੋੜ ਪੈ ਗਈ ਅਤੇ ਸਾਡੇ ਘਰਦਿਆਂ ਨਾਲ ਇੱਦਾਂ ਅਸੀਂ ਕੋਈ ਬਿਹੇਵ ਕਰੇਗਾ, ਕੋਈ ਇੱਦਾਂ ਸਾਡੀ ਫੈਮਿਲੀ ਨਾਲ ਹੋਏਗਾ ਤਾਂ ਅਸੀਂ ਕੀ ਕਰਾਂਗੇ। ਸੋ ਇਸ ਲਈ ਜਦੋਂ ਵੀ ਅਸੀਂ ਜਾਂਦੇ ਸੀਗੇ ਪੇਸ਼ੈਂਟਸ ਕੋਲ ਅਤੇ ਆਪਾਂ ਉਹਨੂੰ ਪੋਜ਼ੀਟਿਵ ਵਾਈਬ ਦਿੰਦੇ ਸੀ। ਮੇਨ ਮੋਟਿਵ ਇਹ ਸੀਗਾ ਕਿ ਆਪਾਂ ਉਹਨਾਂ ਨੂੰ ਪੋਜ਼ੀਟਿਵ ਰੱਖਣਾ। ਦੇਖੋ ਉਸ ਟਾਈਮ ਦੇ ਉੱਤੇ ਇਸ ਡਿਜ਼ੀਜ਼ ਦੀ ਸਟੱਡੀ ਬਹੁਤ ਲਿਮਿਟਿਡ ਸੀਗੀ, ਮੈਡੀਕੇਸ਼ਨ ਬਹੁਤ ਲਿਮਿਟਿਡ ਸੀ, ਅਤੇ ਇਸ ਲਈ ਆਪਾਂ ਪੇਸ਼ੈਂਟ 'ਤੇ ਐਕਸਪੈਰੀਮੈਂਟ ਤਾਂ ਕਰ ਨਹੀਂ ਸਕਦੇ ਸੀ ਕਿ ਬਈ ਇੱਦਾਂ ਹੈ ਜਾਂ ਆਹ ਕੰਮ ਕਰਨਾ ਜਾਂ ਆਹ ਮੈਡੀਸਿਨ ਦੇਣੀ ਹੈ। ਸੋ ਇਸ ਲਈ ਗਾਈਡਲਾਈਨਸ ਨੂੰ ਬਹੁਤ ਸਟ੍ਰਿਕਟਲੀ ਫੋਲੋ ਕਰਦੇ ਹੋਏ ਅਸੀਂ ਪ੍ਰੋਵਾਈਡ ਕਰਦੇ ਸੀਗੇ ਨਾਲ ਮੋਰਲ ਸਪੋਰਟ, ਤਾਂ ਕਿ ਪੇਸ਼ੈਂਟ ਨੂੰ ਇਹ ਪਤਾ ਰਵੇ ਕਿ ਉਹ ਇਕੱਲਾ ਨਹੀਂ ਹੈ। ਕਿਉਂਕਿ ਮੈਂ ਜੋ ਨੋਟਿਸ ਕੀਤਾ ਹੈ ਕਿ ਜਿੰਨੇ ਵੀ ਪੇਸ਼ੈਂਟ ਘਰਾਂ ਦੇ ਵਿੱਚ ਟਰੀਟ ਹੋਏ ਨੇ ਉਹ ਰਿਕਵਰ ਕੀਤੇ ਆ ਅਤੇ ਮੋਰਲ ਸਪੋਰਟ ਦੇ ਨਾਲ ਜ਼ਿਆਦਾ। ਮੈਡੀਸਿਨ ਦਾ ਡੈਫੀਨੇਟਲੀ ਰੋਲ ਹੈ, ਬਟ ਮੋਰਲ ਸਪੋਰਟ ਨੇ ਉਹਨਾਂ ਨੂੰ ਇੱਕ ਪੋਜ਼ੀਟਿਵ ਵਾਈਬ ਦਿੱਤੀ ਹੈ, ਇੱਕ ਤਾਕਤ ਦਿੱਤੀ ਹੈ ਇਸ ਡਿਜ਼ੀਜ਼ ਤੋਂ ਬਾਹਰ ਨਿਕਲਣ ਦੀ। ਕਿਉਂਕਿ ਜਿੰਨੀ ਵਾਰ ਵੀ ਅਸੀਂ ਪੇਸ਼ੈਂਟ ਕੋਲ ਗਏ ਹਾਂ, ਹਮੇਸ਼ਾ ਉਹਨਾਂ ਦਾ ਇੱਕ ਹੀ ਸਵਾਲ ਹੁੰਦਾ ਸੀਗਾ ਕਿ ਡਾਕਟਰ ਸਾਹਿਬ ਸਾਨੂੰ ਕੁਝ ਹੋ ਤਾਂ ਨਹੀਂ ਜਾਊਗਾ, ਅਸੀਂ ਬਚ ਜਾਵਾਂਗੇ, ਕਿਤੇ ਅਸੀਂ ਮਾਰ ਤਾਂ ਨਹੀਂ ਜਾਵਾਂਗੇ। ਸੋ ਉਹ ਇੱਕ ਡਰ ਨੂੰ ਕੱਢਣਾ ਬਹੁਤ ਜ਼ਰੂਰੀ ਸੀ। ਅਤੇ ਅਸੀਂ ਫਿਰ ਕਈ ਵਾਰੀ ਪੇਸ਼ੈਂਟ ਦੇ ਨਾਲ ਬੈਠ ਜਾਂਦੇ ਸੀਗੇ, ਉਹਨੂੰ ਸਮਝਾਉਂਦੇ ਸੀਗੇ ਕਿ ਕੋਈ ਗੱਲ ਨਹੀਂ, ਇੱਕ ਬਿਮਾਰੀ ਹੈ ਜਿੱਦਾਂ ਕਿ ਦੁਨੀਆ ਦੀ ਬਾਕੀ ਬਿਮਾਰੀਆਂ ਹੈ, ਇਹ ਵੀ ਟਰੀਟ ਹੋ ਸਕਦੀ ਹੈ, ਪਰ ਆਪਾਂ ਹਿੰਮਤ ਨਹੀਂ ਹਾਰਨੀ, ਕਿਉਂਕਿ ਹਿੰਮਤ ਕਰਾਂਗੇ ਤਾਂ ਇਸ ਚੀਜ਼ ਤੋਂ ਵਧੀਆ ਤਰੀਕੇ ਨਾਲ ਨਿਕਲ ਪਾਵਾਂਗੇ। ਪ੍ਰੀਕਾਸ਼ਨਸ ਕਿਸ ਤਰੀਕੇ ਦੀਆਂ ਫਿਰ ਉਦੋਂ ਲੈਂਦੇ ਰਹੇ, ਕਿਉਂਕਿ ਜਦੋਂ ਇੰਨੇ ਪੇਸ਼ੈਂਟਸ ਮਾਫ ਕਰਨਾ ਮਿਲਣਾ ਕਰੋਨਾ ਪੋਜ਼ੀਟਿਵ ਉਤੋਂ, ਔਰ ਫਿਰ ਪ੍ਰੀਕਾਸ਼ਨਸ ਕਿਸ ਤਰੀਕੇ ਦੀਆਂ ਧਿਆਨ 'ਚ ਰੱਖਦੇ ਸੀ? ਸਰ ਆਪਾਂ ਇੱਕ ਕਿੱਟ ਬਣਾਈ ਸੀਗੀ ਆਪਣੀ ਸੈਪਰੇਟ ਕਿੱਟ, ਇੱਕ ਆਪਾਂ ਸੈਨੀਟਾਈਜੇਸ਼ਨ ਸਾਡੇ ਕੋਲ ਮਸ਼ੀਨ ਹੁੰਦੀ ਸੀ, ਅਸੀਂ ਨਾਲ ਲੈ ਕੇ ਜਾਂਦੇ ਹੁੰਦੇ ਸੀਗੇ, ਨਾਲ ਆਪਾਂ ਆਪਣੀਆਂ PPI ਕਿੱਟ ਵੀ ਨਾਲ ਲੈ ਕੇ ਜਾਂਦੇ ਹੁੰਦੇ ਸੀਗੇ। ਆਪਾਂ ਉਸ ਕਿੱਟ ਨੂੰ ਜਿੰਨੀ ਵਾਰ ਪੇਸ਼ੈਂਟ ਦੇ ਕੋਲ ਜਾਣਾ, ਆਪਣੇ ਆਪ ਨੂੰ ਸਟਰਲਾਈਜ਼ ਕਰਕੇ ਫਿਰ ਬਾਹਰ ਨਿਕਲਣਾ, ਸਟਰਲਾਈਜ਼ ਕਰਨਾ, ਅਤੇ ਫਿਰ ਗੱਡੀ ਨੂੰ ਵੀ ਸਟਰਲਾਈਜ਼ ਕਰਨਾ, ਅਤੇ ਘਰ ਆ ਕੇ ਵੀ ਸੈਪਰੇਟ ਰਹਿਣਾ, ਫੈਮਿਲੀ ਨੂੰ ਨਹੀਂ ਮਿਲਣਾ। ਅਸੀਂ ਇਹ ਪ੍ਰੀਕਾਸ਼ਨਸ ਨੂੰ ਹਰ ਮੋੜ ਦੇ ਉੱਤੇ ਫੋਲੋ ਕਰਦੇ ਹੁੰਦੇ ਸੀਗੇ। ਦੂਸਰੀ ਗੱਲ ਇਹ ਸੀਗੀ ਕਿ ਆਪਾਂ ਉੱਥੇ ਜਦੋਂ ਪੇਸ਼ੈਂਟ ਦੇ ਕੋਲ ਜਾਣਾ ਅਤੇ ਪੇਸ਼ੈਂਟ ਨੂੰ ਵੀ ਇਹਨਾਂ ਚੀਜ਼ਾਂ ਦੀ ਇਨਫੋਰਮੇਸ਼ਨ ਪ੍ਰੋਵਾਈਡ ਕਰਨੀ ਕਿ ਕਿਉਂ ਇਹਦੀ ਨੈਸੈਸਿਟੀ ਕਿਉਂ ਆ। ਕਿਉਂਕਿ ਕਈ ਵਾਰੀ ਪੇਸ਼ੈਂਟ ਕਹਿੰਦਾ ਸੀਗਾ ਕਿ ਮੈਂ ਕਿਉਂ ਦਿਨ 'ਚ 100 ਵਾਰੀ ਹੱਥ ਧੋਵਾਂ, ਜਾਂ ਮੈਂ ਕਿਉਂ ਕਹਿੰਦੇ ਆ ਮਾਸਕ ਪਾ ਕੇ ਰੱਖਾਂ ਘਰ ਆਪਣੇ। ਤਾਂ ਉਹਨਾਂ ਨੂੰ ਇਹ ਇਨਫੋਰਮੇਸ਼ਨ ਪ੍ਰੋਵਾਈਡ ਕਰਨਾ ਕਿ ਇਹਦਾ ਕੀ ਰੋਲ ਹੈ, ਕਿਉਂ ਇਹਦੀ ਇੰਪੋਰਟੈਂਸ ਹੈਗੀ ਹੈ, ਅਤੇ ਕਿੱਦਾਂ ਆਪਣੇ ਆਪ ਨੂੰ ਆਪਾਂ ਇਹ ਚੀਜ਼ਾਂ ਤੋਂ ਬਚਾ ਸਕਦੇ ਹਾਂ, ਇਹ ਆਪਾਂ ਉਹਨਾਂ ਨੂੰ ਪ੍ਰੋਵਾਈਡ ਕਰਨਾ ਚਾਹੁੰਦੇ ਹਾਂ। ਓਵਰਆਲ ਜੇ ਦੇਖਿਆ ਜਾਵੇ ਤਾਂ ਇੱਕ ਬਤੌਰ ਡਾਕਟਰ ਤੁਹਾਡੇ ਤੋਂ ਸਵਾਲ ਹੈ ਵੀ ਕਰੋਨਾ ਕੀ ਸੀਗਾ ਔਰ ਕਿਸ ਤਰੀਕੇ ਦੇ ਨਾਲ ਇਹ ਇਨਸਾਨ ਨੂੰ ਜਕੜ ਰਿਹਾ ਸੀ, ਫਿਰ ਨਿਕਲ ਕਿਵੇਂ ਰਿਹਾ ਸੀ ਇਨਸਾਨ? ਬੇਸਿਕਲੀ ਇੱਕ ਵਾਇਰਲ ਡਿਜ਼ੀਜ਼ ਹੈ ਇਹ ਸਰ। ਜੇ ਆਪਾਂ ਕਰੋਨਾ ਦੀ ਗੱਲ ਕਰੀਏ ਤਾਂ ਕਰੋਨਾ ਸਾਡੀ ਬੁੱਕਸ ਦੇ ਵਿੱਚ ਪਹਿਲਾਂ ਹੀ ਇੱਕ ਡਿਜ਼ੀਜ਼ ਹੈਗਾ, ਬਸ ਇਹ ਇੱਕ ਉਹਦਾ ਨਿਊ ਵੇਰੀਐਂਟ ਕਹਿ ਲਓ ਕਿ ਸਾਰਸ ਕੋਵਿਡ ਵਾਇਰਸ, ਨੋਵਲ ਕੋਵਿਡ ਵਾਇਰਸ ਜਿਹਨੂੰ ਆਪਾਂ ਕਹਿੰਦੇ ਹਾਂ, ਇੱਕ ਵਾਇਰਲ ਡਿਜ਼ੀਜ਼ ਬੋਡੀ ਦੇ ਅੰਦਰ ਜਾਂਦਾ ਸੀਗਾ ਅਤੇ ਰੈਸਪੀਰੇਟਰੀ ਸਿਸਟਮ ਨੂੰ ਇਹ ਇਫੈਕਟ ਕਰਦਾ ਸੀਗਾ ਮੇਨ। ਸੋ ਜਿਹੜਾ ਇਹਦਾ ਰਾਊਟ ਸੀਗਾ ਅਕੋਰਡਿੰਗ ਟੂ ICMR ਐਂਡ ਅਕੋਰਡਿੰਗ ਟੂ WHO, ਦ ਰਾਊਟ ਵਾਜ਼ ਮਾਊਥ, ਨੋਜ਼ ਜਾਂ ਆਈਜ਼ ਤੋਂ, ਇਹਨਾਂ ਏਰੀਆਜ਼ ਤੋਂ ਜਾਂਦਾ। ਅਤੇ ਜ਼ਿਆਦਾਤਰ ਆਪਾਂ ਜੇ ਟੱਚ ਕਰਦੇ ਸੀਗੇ ਕਿਸੇ ਪੇਸ਼ੈਂਟ ਨਾਲ, ਹੱਥ ਮਿਲਾ ਲਿਆ ਅਤੇ ਫਿਰ ਬਾਅਦ 'ਚੋਂ ਆਪਾਂ ਮੂੰਹ 'ਤੇ ਹੱਥ ਲਾ ਲਿਆ, ਇਹ ਇੱਕ ਰਾਊਟ ਸੀਗਾ ਉਹਨੂੰ ਅੰਦਰ ਜਾਣ ਦਾ। ਅੰਦਰ ਜਾਣ ਤੋਂ ਬਾਅਦ ਕਾਫੀ ਪੇਸ਼ੈਂਟਸ ਏਸਿਮਟੋਮੈਟਿਕ ਰਹਿੰਦੇ ਸੀਗੇ। ਬੜੇ ਪੇਸ਼ੈਂਟਸ ਅਸੀਂ ਦੇਖੇ ਜਿਨ੍ਹਾਂ ਨੂੰ ਕੋਈ ਸਿੰਪਟਮ ਨਹੀਂ ਆਉਂਦਾ ਸੀਗਾ ਬਟ ਪੋਜ਼ੀਟਿਵ ਹੁੰਦੇ ਸੀਗੇ, ਅਤੇ ਕਾਫੀ ਪੇਸ਼ੈਂਟਸ ਜਿਨ੍ਹਾਂ ਨੂੰ ਸਿੰਪਟਮਸ ਆਉਣ ਲੱਗ ਪੈਂਦੇ ਹੁੰਦੇ ਸੀਗੇ। ਇਨ ਦਾ ਅਰਲੀ ਸਟੇਜ ਵਿੱਚ ਅਸੀਂ ਜੋ ਸਿੰਪਟਮਸ ਦੇਖੇ ਸੀਗੇ ਪੇਸ਼ੈਂਟ ਦੇ ਵਿੱਚ, ਫੀਵਰ ਅਤੇ ਸੋਰ ਥਰੋਟ, ਮਾਈਲਡ ਕੌਫ ਹੋ ਜਾਣੀ ਪੇਸ਼ੈਂਟ ਨੂੰ, ਲੋਸ ਆਫ ਟੇਸਟ, ਸਮੈਲ, ਇਹ ਸਿੰਪਟਮਸ ਤੋਂ ਸਾਨੂੰ ਥੋੜ੍ਹਾ ਜਿਹਾ ਇੱਕ ਆਈਡੀਆ ਹੋ ਜਾਂਦਾ ਸੀ। ਜੇ ਕੋਈ ਪੇਸ਼ੈਂਟ ਕਹਿੰਦਾ ਸੀਗਾ ਕਿ ਅਸੀਂ ਮੈਂ ਟੈਸਟ ਨਹੀਂ ਕਰਾਇਆ ਹਜੇ ਤੱਕ ਅਤੇ ਉਹਨੂੰ ਇਹ ਸਿੰਪਟਮਸ ਆ ਰਹੇ ਨੇ ਜਾਂ ਇੱਕ ਦਿਨ ਆ ਕੇ ਨਿਕਲ ਗਏ,
ਤੇ ਸਾਨੂੰ ਇੱਕ ਆਈਡੀਆ ਹੋ ਜਾਂਦਾ ਸੀ ਕਿ ਇਹ ਡਿਜ਼ੀਜ਼ ਹੋ ਸਕਦਾ ਹੈ ਤੇ ਵਾਈ ਨਾਟ ਟੈਸਟ ਕਰਾਇਆ ਜਾਵੇ। ਓਵਰਆਲ ਜੇ ਆਪਾਂ ਇੱਕ ਸਮ ਕਰਕੇ ਕੋਵਿਡ ਨੂੰ ਦੱਸਿਆ ਜਾਵੇ ਤੇ ਇਟ ਇਜ਼ ਜਸਟ ਲਾਈਕ ਏ ਡਿਜ਼ੀਜ਼ ਬਟ ਨਿਊ ਟੂ ਦਾ ਸਟੱਡੀ, ਨਿਊ ਟੂ ਆਰ ਸਟੱਡੀ, ਜਿਸ ਦੇ ਬਾਰੇ ਸਾਨੂੰ ਇਨਫੋਰਮੇਸ਼ਨ ਘੱਟ ਸੀ ਕਿਉਂਕਿ ਆਪਾਂ ਟਰੀਟਮੈਂਟ ਕੀ ਕਰਨਾ ਆ ਉਹਦੀ ਵੀ ਬਹੁਤ ਲਿਮਿਟਡ ਇਨਫੋਰਮੇਸ਼ਨ ਸੀਗੀ ਅਤੇ ਕਿੱਦਾਂ ਇਹਦੇ ਤੋਂ ਬਚਣਾ ਉਹਦੀ ਵੀ ਬਹੁਤ ਲਿਮਿਟਡ ਇਨਫੋਰਮੇਸ਼ਨ ਸੀਗੀ। ਔਰ ਇਹਦਾ 2 to 14 ਡੇਜ਼ ਆਫ ਇੰਟੂਬੇਸ਼ਨ ਪੀਰੀਅਡ, ਮਤਲਬ ਕਿ 2 ਤੋਂ 14 ਦਿਨ ਦੇ ਵਿੱਚ ਕਦੀ ਵੀ ਤੁਹਾਨੂੰ ਸਿੰਪਟਮਸ ਆ ਸਕਦੇ ਸੀ। ਔਰ ਕਈ ਪੇਸ਼ੈਂਟਸ ਨੂੰ ਨਿਮੋਨਾਈਟਸ ਜਿਹਨੂੰ ਕਹਿੰਦੇ ਆਪਾਂ ਵਾਇਰਲ ਨਿਮੋਨੀਆ, ਇਹ ਵੀ ਹੋ ਜਾਂਦਾ ਸੀਗਾ। ਔਰ ਜਦੋਂ ਵਾਇਰਲ ਨਿਮੋਨੀਆ ਹੁੰਦਾ ਸੀ ਪੇਸ਼ੈਂਟ ਨੂੰ, ਉਸ ਏਰੀਆ ਜਿੱਥੇ ਨਿਮੋਨਾਈਟਸ ਪਹੁੰਚ ਜਾਂਦਾ ਸੀਗਾ ਉਸ ਏਰੀਆ 'ਤੇ ਆਕਸੀਜਨ ਡੈਫੀਸੀਸ਼ਨ ਹੋ ਜਾਂਦੀ ਸੀਗੀ, ਆਕਸੀਜਨ ਪੇਸ਼ੈਂਟ ਦੀ ਘਟਣ ਲੱਗ ਪੈਂਦੀ ਸੀ। ਇਸੇ ਲਈ ਆਪਾਂ ਇਨੀਸ਼ੀਅਲੀ ਇਹਨੂੰ ਇਹ ਵੀ ਕਹਿੰਦੇ ਸੀ ਕਿ ਹੈਪੀ ਹਾਈਪੋਕਸੀਆ, ਕਿ ਪੇਸ਼ੈਂਟ ਕਹਿੰਦਾ ਕਿ ਮੈਂ ਠੀਕ ਹਾਂ, ਮੈਨੂੰ ਕੋਈ ਦਿੱਕਤ ਨਹੀਂ ਆ ਰਹੀ, ਪਰ ਜਦੋਂ ਆਪਾਂ ਉਹਨਾਂ ਦਾ ਆਕਸੀਜਨ ਲੈਵਲ ਦੇਖਦੇ ਸੀਗੇ ਤੇ 80 ਆਉਣਾ ਜਾਂ 90 ਤੱਕ ਪਹੁੰਚਣਾ, ਤੇ ਇਹੀ ਇਹਦਾ ਆਪਾਂ ਬੇਸਿਕ ਸਮ ਅਪ ਕਰਦੇ। ਇੱਕ ਡਾਕਟਰ ਸਾਹਿਬ, ਆਮ ਇੱਕ ਜਦੋਂ ਕਰੋਨਾ ਇਹ ਚੱਲਿਆ ਤਾਂ ਆਮ ਇੱਕ ਸਧਾਰਨ ਜੀ ਗੱਲ ਆਪਾਂ ਦੇਖਣ 'ਚ ਸਾਹਮਣੇ ਆਈ ਹੈ ਵੀ ਲੋਕ ਇੱਕ ਦੂਜੇ ਨੂੰ ਕਹਿੰਦੇ ਰਹੇ ਵੀ ਕਾੜਾ ਬਣਾ ਕੇ ਪੀਓ, ਕਾੜਾ ਬਣਾ ਕੇ ਪੀਓ, ਵਿੱਚ ਕੁਝ ਦੇਸੀ ਚੀਜ਼ਾਂ ਪਾ ਕੇ ਉਹਨੂੰ ਉਬਾਲ ਲਓ ਫਿਰ ਉਹਨੂੰ ਪੀਓ। ਇਹ ਜਿਹੜਾ ਕਾੜਾ ਹੈ ਤੁਹਾਡੇ ਵੀ ਸ਼ਾਇਦ ਧਿਆਨ ਦੇ ਵਿੱਚ ਇਹ ਗੱਲ ਹੋਵੇ, ਕੋਈ ਇਹਦਾ ਅਸਰ ਸੀਗਾ ਜਾਂ ਹੁਣ ਵੀ ਹੈਗਾ ਇਮਿਊਨਿਟੀ ਨੂੰ ਸਟਰੋਂਗ ਕਰਨ ਦੇ ਲਈ? ਜੋ ਮੈਂ ਆਪਣੇ ਪ੍ਰੈਕਟੀਕਲ ਨੌਲੇਜ ਦੇ ਵਿੱਚ ਜੋ ਦੇਖਿਆ ਹੈ, ਅਤੇ ਮੈਂ ਇਹ ਚੀਜ਼ ਜ਼ਰੂਰ ਦੇਖੀ ਹੈ ਕਿ ਕਾੜਾ ਇੱਕ ਗਰਮ ਬਹੁਤ ਹੁੰਦਾ ਹੈ ਪੇਟ ਦੇ ਲਈ, ਸਰੀਰ ਦੇ ਲਈ। ਅਤੇ ਸਮਰ ਦੇ ਟਾਈਮ ਦੇ ਵਿੱਚ ਜਦੋਂ ਕੋਵਿਡ ਆਇਆ ਸੀਗਾ ਉਦੋਂ ਕਾਫੀ ਪੇਸ਼ੈਂਟਾਂ ਨੇ, ਕਾਫੀ ਲੋਕਾਂ ਨੇ ਕਾੜਾ ਪੀਆ, ਪਰ ਮੈਂ ਇਹੀ ਨੋਟਿਸ ਕੀਤਾ ਉਹ ਸਾਰੇ ਬਾਅਦ ਵਿੱਚ ਇਹੀ ਕੰਪਲੇਂਟ ਕਰਦੇ ਸਾਡੇ ਪੇਟ 'ਚ ਦਰਦ ਹੋ ਰਹੀ ਹੈ ਜਾਂ ਸਾਨੂੰ ਲੂਜ਼ ਸਟੂਲ ਲੱਗ ਗਿਆ ਜਾਂ ਪੇਟ ਦੀ ਇਨਫੈਕਸ਼ਨ ਹੋ ਗਈ ਹੈ। ਮੈਂ ਇਹ ਨਹੀਂ ਕਹਿ ਸਕਦਾ ਕਿ ਕਾੜਾ ਹੈਲਪ ਕਰਦਾ ਕਿ ਨਹੀਂ ਕਰਦਾ, ਉਸ ਚੀਜ਼ ਦੇ ਬਾਰੇ ਮੈਂ ਜ਼ਿਆਦਾ ਨਹੀਂ ਬੋਲਣਾ ਚਾਹਾਂਗਾ, ਬਟ ਡੈਫੀਨੇਟਲੀ ਸਾਨੂੰ ਅਕੋਰਡਿੰਗ ਟੂ ਟਾਈਮ, ਅਕੋਰਡਿੰਗ ਟੂ ਨੌਲੇਜ ਐਂਡ ਅਕੋਰਡਿੰਗ ਟੂ ਜੋ ਸਾਨੂੰ ਇਨਫੋਰਮੇਸ਼ਨ ਰਿਸਰਚ ਤੋਂ ਅਤੇ ਸਾਨੂੰ ਸਾਡੇ ਸੁਪੀਰੀਅਰ ICMR WHO ਤੋਂ ਮਿਲ ਰਹੀ ਹੈ, ਉਹਨੂੰ ਅਗਰ ਆਪਾਂ ਦੇਖ ਕੇ ਸੋਚ ਕੇ ਚੱਲੀਏ ਤਾਂ ਆਪਾਂ ਬੈਟਰ ਰਵਾਂਗੇ ਹਰ ਐਸਪੈਕਟ ਤੋਂ। ਆਖਰੀ ਸਵਾਲ ਲੂੰਗਾ, ਥੋੜ੍ਹੇ ਸ਼ਬਦਾਂ 'ਚ ਦੱਸ ਦਿਓ, ਇਸ ਟਾਈਮ ਜੇ ਇਮਿਊਨਿਟੀ ਨੂੰ ਮੁੱਖ ਰੱਖ ਕੇ ਘਰ ਬੈਠਾ ਇਨਸਾਨ ਕਿਹੜੀਆਂ ਚੀਜ਼ਾਂ ਉਹਨੂੰ ਖਾਣੀਆਂ ਚਾਹੀਦੀਆਂ ਨੇ, ਕਿਹੜੀ ਚੀਜ਼ ਦਾ ਸੇਵਨ ਕਰੇ ਤਾਂ ਜੋ ਜਿਹੜੇ ਸਾਡੇ ਦਰਸ਼ਕ ਦੇਖ ਰਹੇ ਨੇ ਉਹਨਾਂ ਦੇ ਵਾਸਤੇ ਕੁਝ ਫਾਇਦੇ ਵਾਲੀ ਗੱਲ ਵੀ ਹੋ ਜਾਵੇ, ਜਿਹਦੇ ਨਾਲ ਉਹਨਾਂ ਦੀ ਇਮਿਊਨਿਟੀ ਜਿਹੜੀ ਹੈ ਘੱਟੋ ਘੱਟ ਸਟਰੋਂਗ ਰਹੇ, ਘੱਟੋ ਘੱਟ ਬਿਮਾਰ ਹੋਣ ਤੋਂ ਬਚ ਜਾਣ? ਘਰ ਬੈਠੇ ਜੇ ਆਪਾਂ ਬੇਸਿਕ ਗਈਏ ਤਾਂ ਆਪਣੀ ਡਾਈਟ ਬਹੁਤ ਵਧੀਆ ਹੋਣੀ ਚਾਹੀਦੀ ਆ। ਸਾਡੀ ਡਾਈਟ ਟਾਈਮਲੀ ਹੋਣੀ ਚਾਹੀਦੀ ਆ। ਬ੍ਰੈਕਫਾਸਟ ਸਾਨੂੰ ਟਾਈਮ 'ਤੇ ਖਾਣਾ ਚਾਹੀਦਾ ਆ, ਸਾਨੂੰ ਲੰਚ ਆਪਣਾ ਟਾਈਮ 'ਤੇ ਕਰਨਾ ਚਾਹੀਦਾ ਅਤੇ ਡਿਨਰ ਆਪਣਾ ਟਾਈਮ 'ਤੇ ਕਰਨਾ ਚਾਹੀਦਾ। ਇਸ ਦੇ ਦੌਰਾਨ ਸਾਨੂੰ ਫਰੂਟ ਦਾ ਇਨਟੇਕ ਵਧੀਆ ਰੱਖਣਾ ਚਾਹੀਦਾ ਆ ਤਾਂ ਕਿ ਤੁਹਾਡੀ ਬਾਡੀ ਦੇ ਵਿੱਚ ਜਿਹੜੀ ਆ ਨੈਚੁਰਲ ਇਮਿਊਨਿਟੀ ਆ ਉਹ ਬੂਸਟ ਅਪ ਹੋਵੇ। ਸਾਨੂੰ ਅਗਰ ਕਿਤੇ ਵੀ ਲੱਗਦਾ ਹੈ ਕਿ ਸਾਨੂੰ ਬੁਖਾਰ ਹੋਇਆ ਜਾਂ ਸਾਨੂੰ ਕੋਈ ਖਾਂਸੀ ਦਿੱਕਤ ਆਈ ਹੈ, ਸਾਨੂੰ ਵੇਟ ਨਹੀਂ ਕਰਨਾ ਚਾਹੀਦਾ ਕਿ ਚਲੋ ਕੋਈ ਗੱਲ ਨਹੀਂ, ਇਹ ਨੋਰਮਲ ਹੈ, ਕਿਸੇ ਨੂੰ ਵੀ ਹੋ ਸਕਦਾ, ਕਦੀ ਵੀ ਹੋ ਸਕਦਾ, ਜਾਂ ਡਰਨਾ ਨਹੀਂ ਚਾਹੀਦਾ ਕਿ ਅਸੀਂ ਕਰੋਨਾ ਟੈਸਟ ਨਹੀਂ ਕਰਾਉਣਾ। ਮੇਰਾ ਇਹੀ ਕਹਿਣਾ ਆ ਕਿ ਆਪਾਂ ਅਗਰ ਜਲਦੀ ਲੈਵਲ 'ਤੇ ਉਸ ਨੂੰ ਕੈਚ ਕਰਦੇ ਹਾਂ ਅਤੇ ਜਲਦੀ ਲੈਵਲ 'ਤੇ ਟਰੀਟਮੈਂਟ ਸਟਾਰਟ ਕਰਦੇ ਹਾਂ ਅਤੇ ਅਸੀਂ ਪ੍ਰੋਟੈਕਟਡ ਰਹਿ ਸਕਦੇ ਹਾਂ। ਅੱਛਾ ਡਾਕਟਰ ਸਾਹਿਬ, ਜਿਸ ਤਰੀਕੇ ਦਾ ਰੁਝਾਨ ਹੈ, ਤੁਸੀਂ MBBS ਵੀ ਕਰ ਲਈ, ਡਾਕਟਰ ਵੀ ਬਣ ਗਏ, ਕਦੀ ਸੋਚਿਆ ਨਹੀਂ ਅਬਰੋਡ ਸੈਟਲ ਹੋ ਜਾਵਾਂ, ਇੱਥੇ ਮੁਫਤ ਸੇਵਾ ਕਰੀ ਜਾ ਰਹੇ ਹੋ? ਅੱਜ ਕੱਲ੍ਹ ਤਾਂ ਡਾਕਟਰਾਂ ਦੀਆਂ ਫੀਸਾਂ ਹੀ ਬਹੁਤ ਨੇ। ਹਾਂਜੀ, ਐਕਚੁਅਲੀ ਪਹਿਲਾਂ ਸੋਚਦਾ ਵੀ ਸੀਗਾ, ਬਟ ਜਦੋਂ ਕੋਵਿਡ ਚਲੇ ਗਏ ਸੀਗੇ ਉਸ ਤੋਂ ਬਾਅਦ 'ਚ ਮੈਨੂੰ 2 ਆਫਰਸ ਵੀ ਆਈਆਂ ਸੀਗੀਆਂ ਅਬਰੋਡ ਤੋਂ, ਇੱਕ ਦੁਬਈ ਤੋਂ ਅਤੇ ਇੱਕ ਇਟਲੀ ਤੋਂ, ਬਟ ਉਸ ਟਾਈਮ ਦੇ ਉੱਤੇ ਮੇਰਾ ਮਾਈਂਡ ਸੀਗਾ ਕਿ ਨਹੀਂ, ਹੁਣ ਇਸ ਚੀਜ਼ ਨੂੰ ਛੱਡ ਕੇ ਇੱਥੇ ਹੀ ਜਿੰਨਾ ਕਰ ਸਕਦੇ ਆ ਕਰਨਾ ਆ ਅਤੇ ਇੱਥੇ ਹੀ ਰਹਿਣਾ ਹੈ। ਇਸ ਲਈ ਹਜੇ ਤੱਕ ਵੀ ਅਸੀਂ ਇੱਥੇ ਕੰਟੀਨਿਊ ਕਰ ਰਹੇ ਹੈਗੇ ਹਰ ਪਾਸੇ। ਗੱਲਬਾਤ ਕਰਨ ਲਈ ਡਾਕਟਰ ਸਾਹਿਬ ਬਹੁਤ ਬਹੁਤ ਧੰਨਵਾਦ। ਔਰ ਧੰਨਵਾਦ ਇਸ ਲਈ ਵੀ ਤੁਸੀਂ ਉਸ ਟਾਈਮ ਲੋਕਾਂ ਦੇ ਨਾਲ ਖੜੇ ਜਦੋਂ ਲੋਕਾਂ ਨੂੰ ਬਹੁਤ ਜ਼ਿਆਦਾ ਜ਼ਰੂਰਤ ਸੀਗੀ ਇੱਕ ਡਾਕਟਰੀ, ਚਾਹੇ ਉਹ ਮੋਰਲ ਸਪੋਰਟ ਕਹਿ ਲਈਏ, ਚਾਹੇ ਉਹ ਮੈਡੀਕਲੀ ਕਹਿ ਲਈਏ, ਤਾਂ ਉਸ ਟਾਈਮ ਦੇ ਵਿੱਚ ਖੜੇ। ਔਰ ਤੁਹਾਡੇ ਇਸ ਸੇਵਾ ਦੇ ਨਾਲ ਸਿੱਖ ਕੌਮ ਦਾ ਮਾਣ ਵੀ ਵਧਿਆ ਔਰ ਦਸਤਾਰ ਦਾ ਮਾਣ ਵੀ ਵਧਾਇਆ। ਗੱਲਬਾਤ ਕਰਨ ਲਈ ਬਹੁਤ ਬਹੁਤ ਧੰਨਵਾਦ ਔਰ ਸੇਵਾਵਾਂ ਲਈ ਬਹੁਤ ਬਹੁਤ ਧੰਨਵਾਦ। ਸਤਿ ਸ਼੍ਰੀ ਅਕਾਲ, ਥੈਂਕ ਯੂ ਜੀ, ਥੈਂਕ ਯੂ ਸੋ ਮਚ। ਤਾਂ ਇਹ ਸਨ MBBS ਡਾਕਟਰ ਗੁਰਪ੍ਰੀਤ ਸਿੰਘ, ਜਿਨ੍ਹਾਂ ਦੇ ਵੱਲੋਂ ਸੇਵਾ ਭਾਵਨਾ ਦੇ ਨਾਲ ਉਸ ਸਮੇਂ ਦੇ ਦੌਰਾਨ ਮੈਦਾਨ 'ਤੇ ਉਤਰ ਕੇ ਦਿਨ ਰਾਤ ਇੱਕ ਕੀਤਾ ਜਦੋਂ ਲੋਕ ਆਪਣਿਆਂ ਦਾ ਸਾਥ ਛੱਡ ਕੇ ਦੂਰ ਜਾ ਰਹੇ ਸੀ। ਭਾਵ ਕਿ ਕਰੋਨਾ ਕਾਲ ਦੇ ਦੌਰਾਨ 4000 ਤੋਂ ਵੱਧ ਪੇਸ਼ੈਂਟਸ ਦਾ ਘਰ ਘਰ ਜਾ ਕੇ ਇਲਾਜ ਕੀਤਾ ਔਰ ਜਿਹੜੀ ਹੈ ਨਿਰਸਵਾਰਥ ਜਿਹੜੀ ਸੇਵਾ ਕੀਤੀ, ਮੁਫਤ ਦੇ ਵਿੱਚ ਇਲਾਜ ਕੀਤਾ, ਪੱਲਿਓਂ ਪੈਸੇ ਲਗਾ ਕੇ ਜਿਹੜੇ ਮਰੀਜ਼ਾਂ ਨੂੰ ਤੰਦਰੁਸਤ ਕੀਤਾ ਔਰ ਉਹਨਾਂ ਨੂੰ ਇੱਕ ਮੋਰਲੀ ਸਪੋਰਟ ਵੀ ਦਿੱਤੀ। ਤਾਂ ਅੱਜ ਡਾਕਟਰ ਗੁਰਪ੍ਰੀਤ ਸਿੰਘ ਹੋਰਾਂ ਦੇ ਹਰ ਪਾਸੇ ਚਰਚੇ ਹੋ ਰਹੇ ਨੇ ਇਹਨਾਂ ਦੀ ਸੇਵਾ ਦੇ, ਅਤੇ ਸੁਭਾਵਿਕ ਤੌਰ ਦੇ ਉੱਤੇ ਗੁਰਪ੍ਰੀਤ ਸਿੰਘ ਦੇ ਵੱਲੋਂ, ਡਾਕਟਰ ਗੁਰਪ੍ਰੀਤ ਸਿੰਘ ਦੇ ਵੱਲੋਂ ਜਿੱਥੇ
ਸਿੱਖ ਕੌਮ ਦਾ ਮਾਣ ਵਧਾਇਆ ਇਸ ਸੇਵਾ ਦੇ ਜ਼ਰੀਏ, ਤਾਂ ਉੱਥੇ ਹੀ ਦਸਤਾਰ ਦਾ ਮਾਣ ਵੀ ਉਹਨਾਂ ਨੇ ਪੂਰੇ ਵਿਸ਼ਵ ਦੇ ਵਿੱਚ ਵਧਾਇਆ। ਕੈਮਰਾਮੈਨ ਵਰਿੰਦਰ ਮਹਿਰਾ ਨਾਲ ਸੁਖਵਿੰਦਰ ਸਿੰਘ, ਹਮਦਰਦ ਟੀਵੀ, ਜਲੰਧਰ।